ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਐਕਸਕਲੂਸਿਵ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਪੰਜਾਬ ਦੇ ਵਿੱਚ ਬਿਜਲੀ ਦੀ ਸਮੱਸਿਆ ਤੋਂ ਲੈ ਕੇ ਜੋ ਬਾਈਡਨ ਤੇ ਪੀਐਮ ਨਰਿੰਦਰ ਮੋਦੀ ਦੇ 2+2 ਵਰਚੁਅਲ ਮੀਟ ਦੇ ਵਿੱਚ ਕੀ ਕੁਝ ਚਰਚਾ ਹੋਈ, ਇਹਦੇ ਬਾਰੇ ਗੱਲ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਹਰ ਵਾਰ ਦੀ ਤਰ੍ਹਾਂ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ, ਹਾਊ ਆਰ ਯੂ? ਆਈ ਐਮ ਗੁੱਡ ਸਰ। ਫੈਸਟਿਵ ਮੂਡ? ਯਾ ਗੁੱਡ, ਲੁਕਸ ਲਾਈਕ ਦੈਟ। ਸਰ, ਪੰਜਾਬ ਦੇ ਵਿੱਚ ਕੋਲੇ ਦੀ ਘਾਟ ਕਾਰਨ ਜਿਹੜੀ ਬਿਜਲੀ ਦੀ ਸਮੱਸਿਆ ਵੱਧ ਰਹੀ ਹੈ। ਨੋ ਡਾਊਟ ਆਪ ਸਰਕਾਰ 300 ਯੂਨਿਟ ਫ੍ਰੀ ਬਿਜਲੀ, ਮੁਫਤ ਬਿਜਲੀ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ, ਪਰ ਇਸ ਤੋਂ ਇਲਾਵਾ ਜਿਹੜੇ 4 ਥਰਮਲ ਪਲਾਂਟ ਨੇ ਇਹ ਬੰਦ ਨੇ, ਜਿਹਦੇ ਕਰਕੇ ਬਿਜਲੀ ਦੀ ਸਮੱਸਿਆ ਉੱਭਰ ਰਹੀ ਹੈ। ਸੋ ਕਿਹੜੀ ਬਿਜਲੀ ਦੀ ਸਹੂਲਤਾਂ ਦੇ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ? ਦੇਖੋ, ਇਹ 2 ਕੁਐਸਚਨ ਕਾਫੀ ਤੁਹਾਡਾ ਇਲੈਬੋਰੇਟ ਕੁਐਸਚਨ ਹੈ, ਇਹਨੂੰ ਮਲਟੀਪਲ ਪਾਰਟਸ 'ਚ ਆਪਾਂ ਕਰਦੇ ਹਾਂ। ਪਹਿਲਾ ਪਾਰਟ ਹੈ 300 ਯੂਨਿਟ ਜਿਹੜੇ ਫ੍ਰੀ ਦੇਣੇ ਆ। ਇਟ ਇਜ਼ ਅ ਪੋਲ ਪ੍ਰੋਮਿਸ, ਇਟ ਵਿਲ ਬੀ ਅ ਕੋਸਟ। ਹੁਣ ਬਿਜਲੀ ਕਿੰਨੀ ਆ, ਉਹਦੀ ਪ੍ਰੋਡਕਸ਼ਨ ਸਾਡੇ ਉੱਥੇ ਕਿੰਨੀ ਹੋ ਰਹੀ ਹੈ, ਉਹਦਾ ਇੰਨਾ ਬਹੁਤ ਜ਼ਿਆਦਾ ਲੈਣਾ ਦੇਣਾ ਨਹੀਂ ਹੈ, ਉਹ ਤਾਂ ਤੁਹਾਨੂੰ ਦੇਣੀ ਆ। ਉਹ ਫ੍ਰੀ ਦੋ ਜਾਂ ਉਹਦੇ ਪੈਸੇ ਲਓ, ਇਟਸ ਅ ਕੋਸਟ। ਸੋ ਇਟ ਹੈਜ਼ ਨਥਿੰਗ ਟੂ ਡੂ ਵਿਦ ਕਿ ਵੀ ਸਾਡੇ ਪਲਾਂਟ ਬੰਦ ਨੇ ਜਾਂ ਹੈਗੇ ਨੇ, ਤਾਂ 300 ਯੂਨਿਟ ਯੂ ਹੈਵ ਪ੍ਰੋਮਿਸਡ ਫ੍ਰੀ। ਹੁਣ ਕੁਐਸਚਨ ਇਸ ਕਿ ਸ਼ਾਰਟੇਜਸ ਬਿਜਲੀ ਦੀਆਂ ਪਿਛਲੇ ਕੁਝ ਸਾਲਾਂ ਤੋਂ ਸਾਡੇ ਪੰਜਾਬ 'ਚ ਲੱਗਦੀਆਂ ਆਈਆਂ ਨੇ। ਇੱਕ ਟਾਈਮ ਸੀ ਸਰਪਲਸ ਹੋ ਗਏ ਸੀ। ਸੋ ਇਸ ਵੇਲੇ ਜਿਹੜੀ ਵੀ ਡਿਸਕਸ਼ਨ ਅਸੀਂ ਡਿਫਰੈਂਟ ਥਰਮਲ ਪਲਾਂਟਸ ਨਾਲ ਵੀ ਕੀਤੀ ਹੈ, ਕੋਲ ਦੀ ਕੋਈ ਕਮੀ ਨਹੀਂ ਹੈ। ਸੋ ਪ੍ਰੋਡਕਸ਼ਨ ਇਜ਼ ਹੈਪਨਿੰਗ, ਸਰਟਨ ਸ਼ਾਰਟੇਜ ਕਪੈਸਿਟੀ ਦੀ ਆ। ਹੁਣ ਇਸ ਵੇਲੇ ਪੰਜਾਬ ਨੂੰ ਇਹ ਵੇਖਣਾ ਪਏਗਾ ਕਿ ਕਦੋਂ ਤੱਕ ਅਸੀਂ ਕੋਲਾ ਬੇਸਡ ਜਾਂ ਇਹੋ ਜਿਹੀ ਸੋਰਸਿਸ ਤੋਂ ਬਿਜਲੀ ਬਣਾਵਾਂਗੇ ਜਿਹੜੀ ਸਾਡੇ ਇੱਥੇ ਪੋਲਿਊਸ਼ਨ ਵੀ ਕਰਦੀ ਆ। ਸੋ ਨਾ ਪੰਜਾਬ ਨੂੰ ਜੇ ਇਨਫਰਾਸਟਰਕਚਰ ਬਣਾਉਣਾ, ਜੇ ਗਰੋਥ ਕਰਨੀ ਆ, ਤੇ ਜੇ ਬਿਜਲੀ ਐਨਰਜੀ ਵਿਲ ਬੀ ਰਿਕੁਆਇਰਡ, ਤੇ ਸੋਲਰ ਐਨਰਜੀ ਬੇਸਡ, ਰੀਨਿਊਅਲ ਐਨਰਜੀ ਬੇਸਡ ਅਸੀਂ ਕਿਹੋ ਜਿਹੀਆਂ ਚੀਜ਼ਾਂ, ਹਾਲਾਂਕਿ ਇੱਥੇ ਬਹੁਤ ਵੱਡਾ ਲੈਂਡ ਮਾਸ ਨਹੀਂ ਹੈ, ਸੋਲਰ ਐਨਰਜੀ ਸਾਡੇ ਲਈ ਬਹੁਤ ਵੱਡਾ ਸੋਲੂਸ਼ਨ ਨਹੀਂ ਹੋ ਸਕਦਾ, ਬਟ ਕੈਨ ਵੀ ਹੈਵ ਸਮਥਿੰਗ ਐਲਸ ਵਿਚ ਇਜ਼ ਮੋਰ ਇਨਵਾਇਰਮੈਂਟ ਫਰੈਂਡਲੀ, ਵਿਚ ਇਜ਼ ਮੋਰ ਰਿਲਾਇਬਲ, ਕਿ ਹੋਮ ਟੂ ਹੋਮ ਲੈਵਲ ਦੇ ਉੱਤੇ ਆਪਾਂ ਸੋਲਰ ਐਨਰਜੀ ਜਾਂ ਰੀਨਿਊਅਲ ਐਨਰਜੀ ਦੀ ਪੈਨੀਟ੍ਰੇਸ਼ਨ ਕਿਵੇਂ ਵਧਾ ਸਕਦੇ ਹਾਂ। ਇਹ ਪੰਜਾਬ ਨੂੰ ਇਸ ਵੇਲੇ ਵੇਖਣ ਦੀ ਲੋੜ ਹੈ। ਵੇਖੋ, 300 ਯੂਨਿਟ ਕੀ ਤੁਸੀਂ ਇਹ ਯੂਨਿਟ ਹਰ ਬੰਦੇ ਨੂੰ ਫ੍ਰੀ ਦੇ ਸਕਦੇ, ਉਹਨਾਂ ਦੇ ਘਰ ਸੋਲਰ ਪਲਾਂਟ ਲਾ ਕੇ। ਹੁਣ ਗੌਰਮੈਂਟ ਨੂੰ ਇਨੋਵੇਟਿਵਲੀ ਸੋਚਣ ਦੀ ਲੋੜ ਹੈਗੀ ਆ। ਸੋ ਇਨ ਟਰਮਸ ਆਫ ਆਪਾਂ ਜੇ ਕੈਪੈਸਿਟੀ ਇਨਹਾਂਸ ਵੀ ਕਰੀਏ, ਉਹ ਕਿਸ ਤਰ੍ਹਾਂ ਕਰਨੀ ਹੈ, ਇਹ ਵੀ ਕੁਐਸਚਨ ਹੈ। ਕਿ ਆਪਾਂ ਹੋਰ ਥਰਮਲ ਪਲਾਂਟ ਲਾਣੇ ਆ ਜਿਹੜੇ ਕੋਲ ਬੇਸਡ ਹੋਣ ਜਾਂ ਆਇਲ ਜਾਂ ਗੈਸ ਬੇਸਡ ਹੋਣ, ਆਪਾਂ ਕਿਵੇਂ ਐਨਰਜੀ ਪ੍ਰੋਡਿਊਸ ਕਰਨੀ ਹੈ, ਇਹ ਕੁਐਸਚਨ ਵੀ ਇਸ ਵੇਲੇ ਪੰਜਾਬ ਸਰਕਾਰ ਨੂੰ ਇੱਕ ਲੌਂਗ ਟਰਮ ਵਿਊ ਲੈ ਕੇ ਚੱਲਣਾ ਚਾਹੀਦਾ ਹੈ। ਐਕਸਪਰਟਸ ਨੂੰ ਬੁਲਾਉਣਾ ਚਾਹੀਦਾ ਹੈ, ਇੱਕ ਐਨਰਜੀ ਬੇਸਡ ਸਮਿਟ ਜਾਂ ਕਮਿਸ਼ਨ ਹੋਣਾ ਚਾਹੀਦਾ ਹੈ ਕਿ ਸਾਡੇ ਇੱਥੇ ਬਿਜਲੀ ਦੀ ਕਮੀ ਨਾ ਰਹੇ, ਅਤੇ ਐਟ ਦੀ ਸੇਮ ਟਾਈਮ ਇਹ ਸਾਨੂੰ ਪੋਲਿਊਟ ਵੀ ਨਾ ਕਰੇ। ਕਿੱਥੇ ਕਿੱਥੇ ਅਸੀਂ ਰੀਨਿਊਏਬਲ ਅਤੇ ਗ੍ਰੀਨ ਐਨਰਜੀ ਸੋਰਸਿਸ ਨੂੰ ਯੂਜ਼ ਕਰ ਸਕਦੇ ਹਾਂ, ਪੰਜਾਬ ਦੇ ਵਿੱਚ ਇਹ ਇਸ ਵੇਲੇ ਵੇਖਣ ਦੀ ਲੋੜ ਹੈਗੀ ਹੈ। ਜੀ ਸਰ, ਰਾਜਾ ਵੜਿੰਗ ਦੀ ਅਸੀਂ ਕੱਲ੍ਹ ਗੱਲ ਕਰ ਰਹੇ ਸੀਗੇ ਇਨਸਾਈਟਸ ਦੇ ਵਿੱਚ, ਜਿਨ੍ਹਾਂ ਨੇ ਰਿਪਲੇਸ ਕੀਤਾ ਨਵਜੋਤ ਸਿੰਘ ਸਿੱਧੂ ਨੂੰ ਐਜ਼ ਪਾਰਟੀ ਪ੍ਰਧਾਨ। ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਜੋ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਲੀ ਸੱਦਿਆ, ਉਹਨਾਂ ਨੇ ਕਿਹਾ ਹੈ ਕਿ ਇਹ ਰਿਮੋਟ ਕੰਟਰੋਲ ਵਾਲੀ ਸਰਕਾਰ ਹੈ, ਤੰਜ ਕੱਸਿਆ, ਚੁਟਕੀ ਲੈਂਦਿਆ ਕਿਹਾ। ਅਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਉਹਨਾਂ ਨੇ ਹੁਣ ਕਾਂਗਰਸ ਪ੍ਰਧਾਨ ਦਾ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕਰਤਾ ਹੈ, ਅਤੇ ਉਹਨਾਂ ਨੇ ਗੌਰਮੈਂਟ ਨੂੰ, ਬਟ ਕਮਿੰਗ ਫਰੋਮ ਅ ਕਾਂਗਰਸ ਲੀਡਰ ਇਹ ਬੜਾ ਫਨੀ ਲੱਗਦਾ, ਜਿਹੜੇ ਹਾਈ ਕਮਾਂਡ ਕਲਚਰ 'ਚ ਬਿਲੀਵ ਕਰਦੇ ਨੇ। ਅਤੇ ਬੇਸਿਕਲੀ ਅਗੇਨ ਕਾਫੀ ਹੱਦ ਤੱਕ ਇਹ ਓਬਵੀਅਸ ਹੈ ਕਿ ਬਟ ਅਗੇਨ ਵੀ ਸ਼ੁੱਡ ਵੇਟ ਫॉर ਦੀ ਵਰਡਿਕਟ ਕਿ ਪੰਜਾਬ ਸਰਕਾਰ ਇੰਡੀਪੈਂਡੈਂਟਲੀ ਚੱਲਦੀ ਹੈ ਜਾਂ ਦਿੱਲੀ ਤੋਂ ਚੱਲਦੀ ਹੈ। ਕਾਫੀ ਲੋਕੀ ਇਹ ਅਟਕਲਾਂ ਲਾ ਰਹੇ ਨੇ ਕਿ ਮੇਨਲੀ ਇਟ ਵਿਲ ਬੀ ਰਨ ਫਰੋਮ ਦਿੱਲੀ, ਵਿਚ ਮਾਈਟ ਨਾਟ ਬੀ ਇਨ ਦੀ ਬੈਸਟ ਇੰਟਰਸਟ ਆਫ ਪੰਜਾਬ। ਅਫਕੋਰਸ ਤੁਸੀਂ ਇੰਟੈਲੀਜੈਂਟ ਬੰਦੇ ਦੋ ਪੰਜਾਬ ਸਰਕਾਰ ਨੂੰ ਸਪੋਰਟ ਕਰਨ ਲਈ, ਟੂ ਡੂ ਇਟ ਬੈਟਰ। ਜੇ ਤੁਹਾਡੇ ਕੋਲ ਪਾਰਟੀ 'ਚ ਟੈਲੈਂਟ ਹੈ, ਉਹਨੂੰ ਯੂਟੀਲਾਈਜ਼ ਕਰੋ, ਬਟ ਐਟ ਦੀ ਸੇਮ ਟਾਈਮ it could be a casual right now, there is no clear indication, but ਜੇ ਇਸ ਤਰ੍ਹਾਂ ਹੁੰਦਾ ਹੈ, ਇਹ ਲੌਂਗ ਟਰਮ 'ਚ ਪਤਾ ਚੱਲ ਜਾਏਗਾ ਕਿ ਰਿਮੋਟ ਕੰਟਰੋਲ ਵਾਲੀ ਸਰਕਾਰ ਹੈ। ਬਟ ਇੱਕ ਕਾਂਗਰਸ ਦੇ ਲੀਡਰ ਵੱਲੋਂ ਇਹ ਗੱਲ ਕਹਿਣਾ ਕਿ ਬਈ ਹਾਈ ਕਮਾਂਡ ਕਲਚਰ ਹੋ ਰਿਹਾ ਹੈ, ਇਟ ਇਜ਼ ਕੁਆਇਟ ਆਇਰੋਨਿਕ ਅਤੇ ਫਨੀ, ਕਿਉਂਕਿ ਉਹ ਇਸੇ ਕਲਚਰ 'ਚ ਬਿਲੀਵ ਕਰਦੇ ਨੇ ਅਤੇ ਓਪਨਲੀ ਕਹਿੰਦੇ ਨੇ ਜੀ ਸਾਨੂੰ ਤਾਂ ਜੋ ਹਾਈ ਕਮਾਂਡ ਕਹੇਗੀ ਅਸੀਂ ਉਹ ਕਰਾਂਗੇ। At least this government has made a clear cut CM, the face was announced as early as possible, ਤੇ ਇਸ ਕਰਕੇ ਇਹਨੂੰ ਹਜੇ ਇਸ ਬਾਰੇ ਕਹਿਣਾ, ਬਟ ਅਗੇਨ ਉਹ ਓਪੋਜੀਸ਼ਨ ਲੀਡਰ ਨੇ, ਸਰਟਨ ਕੁਐਸਚਨਸ ਤੇ ਉਹ ਰੇਜ਼ ਕਰਨਗੇ, ਬਟ ਲੈਟਸ ਵੇਟ ਐਂਡ ਵਾਚ, ਲੈਟਸ ਨਾਟ ਕਮ ਟੂ ਦੀ ਕਨਕਲੂਜਨ। ਅਤੇ ਇੰਪੋਰਟੈਂਟ ਚੀਜ਼ ਇਹ ਵਾ, ਪੰਜਾਬ ਦੇ ਇੰਟਰਸਟ 'ਚ ਇਹ ਬਿਲਕੁਲ ਸਹੀ ਗੱਲ ਐਫ ਹੀ ਹੋਏਗੀ ਕਿ ਇੱਥੋਂ ਦੇ ਡਿਸੀਜ਼ਨ ਇੱਥੇ ਲਿੱਤੇ ਜਾਣ। ਇੱਥੋਂ ਦੇ ਡਿਸੀਜ਼ਨ ਜਿਹੜਾ ਦੇਖੋ ਪੰਜਾਬ ਸਰਕਾਰ ਕਿਉਂ ਬਣਾਈ ਜਾਂਦੀ ਹੈ, ਫਿਰ ਆਪਾਂ ਇੱਕੋ ਹੀ ਸਰਕਾਰ ਕਿਉਂ ਨਾ ਬਣਾ ਲੈਂਦੇ, ਕਿਉਂਕਿ ਹਰ ਏਰੀਆ ਦੀ ਅਲੱਗ ਪ੍ਰੋਬਲਮ ਹੁੰਦੀ ਹੈ। ਅਤੇ ਦਿੱਲੀ 'ਚ ਬੰਦਾ ਬੈਠਾ ਐਗਜ਼ੈਕਟਲੀ ਉਹ ਗੱਲ ਨਹੀਂ ਸਮਝ ਸਕਦਾ ਕਿ ਪੰਜਾਬ ਦੇ ਇਸ਼ੂਜ਼ ਕੀ ਨੇ, ਪੰਜਾਬ ਦਾ ਕਲਚਰ ਕੀ ਹੈ, ਪੰਜਾਬ ਦੀ ਪ੍ਰੋਬਲਮ ਕੀ ਹੈ। ਅਤੇ ਜੇ ਕੁਝ ਕਿਸੇ ਅਫਸਰ ਨੂੰ ਕਿਸੇ ਡਿਸਕਸ਼ਨ ਲਈ ਇਟ ਕੁਡ ਹੈਵ ਬੀਨ ਟੇਕਨ ਆਊਟ ਆਫ ਕੰਟੈਕਸਟ, ਬਟ ਜੇ ਤੁਸੀਂ ਸਾਰੀ ਦੀ ਸਾਰੀ ਗੌਰਮੈਂਟ ਸੈਂਟਰ ਤੋਂ ਚਲਾਓਗੇ, ਉਹ ਐਫੀਸ਼ੀਐਂਟ ਗੌਰਮੈਂਟ ਹੀ ਨਹੀਂ ਬਣੇਗੀ, ਉਹ ਤੁਹਾਨੂੰ ਰਿਜ਼ਲਟ ਹੀ ਨਹੀਂ ਦੇ ਪਾਏਗੀ। ਕਿਉਂਕਿ ਜਿਹੜਾ ਬੰਦੇ ਕੋ ਇੱਕ
ਹੈਲੀਕਾਪਟਰ ਵੀ ਹੁੰਦਾ ਜਾਂ ਉੱਤੇ ਬੈਠਾ ਹੈ, ਉਹਨੂੰ ਮਾਈਨਿਊਟ ਗਰਾਊਂਡ ਲੈਵਲ ਡਿਟੇਲਸ ਕਈ ਵਾਰੀ ਨਹੀਂ ਨਜ਼ਰ ਆਉਂਦੀਆਂ। ਆਫ ਕੋਰਸ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਵੀ ਉਹਨਾਂ ਦੇ ਲੀਡਰ ਬੈਠੇ ਨੇ, ਡਿਸਕਸ਼ਨਸ ਹੋਣਗੀਆਂ, ਇੱਕ ਓਵਰਆਲ ਜੋ ਆਮ ਆਦਮੀ ਪਾਰਟੀ ਦੀ ਵਿਜ਼ਨ ਹੈ ਉਹਦੇ ਬਾਰੇ ਡਿਸਕਸ਼ਨਸ ਹੋਣਗੀਆਂ। ਬਟ ਪ੍ਰਾਇਮਰੀ ਚੀਜ਼ ਕੀ ਹੋਣੀ ਚਾਹੀਏ ਕਿ ਸਾਡੇ ਪੰਜਾਬ ਦੇ ਲਈ ਕੀ ਇੰਪੋਰਟੈਂਟ ਹੈ, ਪੰਜਾਬ ਦੇ ਕੀ ਇਸ਼ੂ ਨੇ, ਤੇ ਉਹ ਇਸ਼ੂ ਸੋल्व ਕਰਨ ਵਾਲ ਜਿਹਦੀ ਵੀ ਹੈਲਪ ਲਿੱਤੀ ਜਾ ਸਕਦੀ ਹੈ ਉਹ ਲਿੱਤੀ ਜਾਵੇ। सर पाकिस्तान की सियासत पे आते हैं। शहबाज शरीफ who replaced Imran Khan as Pakistan PM, obviously after high voltage political tussle, he said that he wanted to have good relations with India, but only after the resolution of Kashmir issue. Nawab Sharif and Shehbaz Sharif, these two are some of the most corrupt politician. इनके साथ तो शरीफ वर्ड ही मेरे को बहुत फनी और it looks like it's an ironic word, oxymoron ਕਹਿੰਦੇ ਆ ਨਾ ਕਿ ਸੱਚਾ ਝੂਠਾ, ਤੇ ਸ਼ਰੀਫ ਤੇ a politician, that word doesn't go head to head. ਹੁਣ let's say ਆਪਾਂ imagine करिए कि someone has to become a singer, उस singer को सारेगामा तो आना चाहिए, और ऐसे ही पाकिस्तान में अगर किसी ने पॉलिटिशियन बनना है उसको कश्मीर पे राग अलापना आना चाहिए और एंटी इंडिया बातें करनी आनी चाहिए। उसके बिना आप पाकिस्तान में आज की डेट में यू वोंट बी ए पॉलिटिशियन। तो ये तो बातें उन्होंने करनी है, सो देयर इज़ नथिंग न्यू टू इट। पर उनकी फॉरेन पॉलिसी उनके हाथ में ही नहीं है। पाकिस्तान की फॉरेन पॉलिसी इज डिक्टेटेड बाय देयर आर्मी, बाय देयर जनरल्स, सो देयर इट डजंट मेक एनी डिफरेंस हु इज़ द प्राइम मिनिस्टर, हु दे मेक विच आर्मी किसको प्राइम मिनिस्टर पोस्ट पे बिठाती है, ये सबको पता है, उससे कोई फ़र्क पड़ने वाला है नहीं, कोई उनसे डील नहीं करने वाला। सेकेंडली, अगर लेट्स सपोज हम अज्यूम कर लें कि भाई इनका फॉरेन पॉलिसी और इंडिया के साथ टाइप्स वगैरह में इंटरेस्ट भी होगा, एक स्टेटमेंट तो दे दी, क्योंकि इंडिया के बारे में तो बात पाकिस्तान में करनी पड़ेगी। उनके जो जिस तरह की फ्रैक्चर्ड और समहाउ मिल के ये सरकार बनी है, ये लोग तो आपस में अगले एक साल डिपार्टमेंट बांटने में लग जाएंगे कि किसको कौन सी मिनिस्ट्री चाहिए, कौन कहाँ पे पैसे खाएगा। दे आर एब्सोल्युटली करप्ट पॉलिटिशियंस। ही इज़ नॉट अ न्यू पॉलिटिशियन, ही हैज़ बीन चीफ मिनिस्टर ऑफ पंजाब विच इज़ द मोस्ट पावरफुल स्टेट ऑफ पाकिस्तान। तो बेसिकली आई डोंट थिंक ही विल हैव टाइम और फोकस। आज इंडिया अपनी फॉरेन पॉलिसीज़ को एक्टिवली क्यों परस्यू कर पा रहा है? क्योंकि पिछले बड़े सालों के बाद इंडिया में एक स्ट्रॉन्ग और स्टेबल गवर्नमेंट आई है। जब आप इंटरनली सेफ और सिक्योर होते हो तब आप एक्सटर्नल चीज़ों को भी हैंडल करने के लिए तैयार होते हो। आज पाकिस्तान के पॉलिटिशियन को हर रोज़ अपनी कुर्सी कैसे बचानी है उसी से फुर्सत नहीं है। तो वो क्या कश्मीर इशू सॉल्व कर पाएंगे? कश्मीर एनीवे इज़ नॉट देयर इशू, एवरीवन नोज दैट इट्स एन इंटरनल इशू ऑफ इंडिया। और वो क्या इंडिया के साथ डिस्कशन कर पाएंगे? सो आई थिंक इट इज़ जस्ट अ स्टेटमेंट जिसका कोई ग्राउंड लेवल पे कोई खास महत्व होने वाला है नहीं। इसके साथ ही उन्होंने नरेंद्र मोदी को अपील की है कि कश्मीर इशू को एड्रेस करें, ताकि जो मेजर इश्यूज़ हैं, हकीकी मुद्दे हैं, जैसे पॉवर्टी एलिमिनेशन है, एम्प्लॉयमेंट है, अनएम्प्लॉयमेंट है और मेडिसिन शॉर्टेज है, इन पे कंसंट्रेट कर सके। बहुत अच्छी सलाह है। और देखो, मोदी जी ने उनके आने से पहले ही सुन ली, धारा 370 हटा दी। ठीक है, कश्मीर की तरफ दे आर वर्किंग। और पॉवर्टी एलिवेशन, इंडिया ने वैक्सीन्स कोविड के मामले में जितनी ज़्यादा वैक्सीनेशन इंडिया ने की है, इट्स अ वर्ल्ड रिकॉर्ड। कोविड में इंडिया से 2 वैक्सीन्स निकली हैं। सो इट इज़ ऑल्सो अ ह्यूज अचीवमेंट आफ्टर US, चाइना और इंडिया। यही 2 कंट्रीज है जिन्होंने मल्टीपल वैक्सीन्स तैयार कर पाए हैं और विच हैव सक्सेसफुली इम्प्लीमेंटेड। तो इनकी इस बात को तो मोदी जी सुन रहे हैं। सर, इसके अलावा हम कल इनसाइट्स में बात कर रहे थे 2+2 वर्चुअल मीटिंग जो हुई है जो बाइडेन और PM नरेंद्र मोदी की, कि किस किस विषय पर चर्चा हो सकती है। तो US ने कहा है कि वी नो दैट इंडिया इज़ नॉट द मेजर कंज्यूमर ऑफ रशियन ऑयल, दो दे हैव बीन वेरी क्लियर ऑन बैन ऑन Russian oil import. They said that it is a matter of choice for other countries. So इसके बारे में आपका क्या कहना है? Look, हम हमेशा से ये कहते आए थे कि इंडिया इज़ अ सॉवरेन कंट्री एंड US भी अपने कुछ गोल्स के लिए इंडिया पे प्रेशर कर रहा है, विच इज़ नॉट फेयर। अगर आप उनके सारे जर्नलिस्ट के क्वेश्चंस पूछो, दे वर लोडेड एंड आर प्राइम मिनिस्टर एंड इवन आर फॉरेन मिनिस्टर हैव आंसर्ड देम वेल दैट वी विल ट्राई टू टेक आवर ओन कॉल। और मैं अगर वैसे ही एक फंडामेंटल क्वेश्चन पूछूं कि वॉर को रोकने के लिए क्या इंडिया ने ज़्यादा एफर्ट किया या USA ने ज़्यादा एफर्ट किया इस इन्वेजन को रोकने के लिए? USA क्या कर रहा है? यूक्रेन को हथियार भेज रहा है। इंडिया क्या कर रहा है? यूक्रेन को मेडिसिन भेज रहा है, एड्स भेज रहा है। दोनों को बोल रहा है आपस में डायरेक्टली मिलकर बात करो। और जो बाइडेन क्या कह रहे हैं, जी हम तो सत्ता पलट देंगे रशिया के अंदर। तो कौन सी ऐसी कंट्री है जो लड़ाई को रोकने के लिए ज़्यादा इम्पैक्ट कर रही है? फिर हम अगर बात कर रहे हैं ऑयल इम्पोर्ट की, इंडिया इज़ नॉट अ मेजर इम्पोर्टर। रशिया के एटलीस्ट रशिया के साथ हमारे पिछले 5 डिकेड के रिलेशन है।
दिस इज समथिंग जो यूएस की एडमिनिस्ट्रेशन भी रिकॉग्नाइज करती है कि किसी भी मेजर कंट्री को आप बोलना कि आपके जो इतने पुराने रिलेशन है हमारे कारण छोड़ दो, नो वन इज गोइंग टू डू दैट। और इंडिया अपनी इंडिपेंडेंट फॉरेन पॉलिसी परस्यू करेगा और जो पॉजिटिव गोल्स हैं जहाँ पे हमारी अलाइनमेंट है वहाँ पे हम मिलकर काम करते हैं। टेक्नोलॉजी, कमर्स, प्रॉस्पेरिटी इन इंडो पैसिफिक रीजन, ये सारे मुद्दों पे डिस्कशन हुई है और इंडिया ने बड़े पॉजिटिवली प्रीएम्प्टिवली, खुद प्राइम मिनिस्टर मोदी ने प्रीएम्प्टिवली इसके बारे में बात की कि जो भी यूक्रेन में हो रहा है इट इज़ सैड, और हम दोनों पार्टीज को बोल रहे हैं। और जो बुका से मास किलिंग की न्यूज़ आई, इंडिया ने कंडेम किया है कि दिस, और इसकी इंडिपेंडेंट इंक्वायरी होनी चाहिए। आई थिंक दैट इज़ व्हाट अ थर्ड रिस्पॉन्सिबल नेशन कैन डू। आई थिंक इस बात को अमेरिका भी समझ रहा है कि इंडिया विल बी अ वेरी इंपॉर्टेंट स्ट्रेटेजिक पार्टनर। इंडिया के ऊपर अगर वो सैंक्शंस लगाने की बात करें, जो उनके कई रिपोर्टर्स ने बोला कि इंडिया पे सैंक्शन आप क्यों नहीं लगा रहे हैं, विच इज़ नॉट स्ट्रेटेजिकली पॉसिबल फॉर दम एट दिस स्टेज। और इंडिया के पास 10 ऑप्शंस खुली हैं। मेरे को लगता है इस वक्त यूएसए के पास कम ऑप्शन है। एक तरफ से आपका नेटो के थ्रू रशिया के साथ वॉर चल रही है, आपके जो पुराने अलाइज थे वो अब उस तरीके से आपकी, जैसे मैं अगर सऊदी अरेबिया की बात करूँ, दे आर नॉट लिसनिंग टू यू। चाइना एक मेजर पावर बन गया है इस रीजन में। अगर मैं इंडो पैसिफिक रीजन की बात करूं, इंडिया इज़ दी ओनली पावर, उसको सपोर्ट किए बिना आप चाइना को चेक नहीं कर सकते। तो मेरे को लगता है कि इंडिया अगर इस अपनी पोजीशन ऑफ लीवरेज को सही तरीके से प्ले करती है तो इंडिया कैन गेन लॉट फ्रॉम दिस रिलेशन। So thank you so much for your views, sir. I hope this will help people to comprehend the situation. ऐसे ही मीनिंगफुल और डीप इंसाइट्स के लिए जुड़े रहिए हमारे चैनल के साथ और अपनी राय ज़रूर दीजिए, अब सजेशन ज़रूर दीजिए जी कमेंट सेक्शन में। धन्यवाद।